हालेलुया हालेलुया। गोडियां ते बावां ला लैनियां ने ते प्रभु दी हजूरी च सही तरीके नाल बैठना, ठीक है, क्योंकि असीं बिल्कुल अच्छे तरीके नाल बैठांगे ते परमेश्वर साडे चाल चलन वेख के सानू ब्लेस करके सानू बरकत देंगे। और बच्चे जी लिखा कि जब तू परमेश्वर के घर जाए तो अपना पैर चौकसी ना रखी। हालेलुया हालेलुया हालेलुया। सो कितने जने तैयार ने इस प्रभु की बात सुनने? सारे तैयार ने? खुदा का धन्यवाद। सो सब मेरे मगर बोलो कि प्रभु जी जो आज का मैसेज मेरे जीवन 30 गुना 60 गुना 100 गुना फल लेके आए। आमीन आमीन आमीन। हाँ जी, कटो लूका दी अंजील आज के समय में हर विश्वासी अपने तरीके से चलन दिया, क्योंकि अपने आप को बहुत समझदार समझता, ठीक है। वो ये चाहता है कि मैं अपने तरीके से सही तरीके से चल रहा हूँ, पर उन्होंने ये नहीं पता कि किन्ने समय तो आज भी शैतान की गुलामी में है। हालेलुया। हर विश्वासी ये चीज जानता है कि मैं बड़े अच्छे तरीके से अपनी लाइफ में किया चला रहा, पर उन्होंने ये नहीं पता कि मेरे जीवन में केड़ी चीज मैनू अगे नहीं बदल दे रही। कभी इस चीज की उन्हें जांच नहीं की अपने अंदर झाक के बड़े अच्छे तरीके से बच्चे को समझना, क्योंकि प्रभु की बाणी च लिखिया लूका की किताब पढ़ो 12 बाब और 53 जिसका टाइटल समय की व्याख्या। हालेलुया। प्रभु की कह रही इस वचन दे विच। हाँ जी, सिस्टर रीना इस वचन पढ़ेंगे 53। समय की व्याख्या। फिर उस ने भीड़ नूं कहा, जद लैंदे पासे बदल उठदा ਵੇਖਦੇ ਹੋ ਤੁਸੀਂ ਝੱਟ ਆਖਦੇ ਹੋ ਮੀਂਹ ਆਉਂਦਾ ਹੈ ਅਤੇ ਉਸੇ ਤਰ੍ਹਾਂ ਹੁੰਦਾ ਹੈ, ਅਤੇ ਜਦ ਦੱਖਣ ਦੀ ਵਹੂ ਵਗਦੀ ਹੈ ਤਦ ਆਖਦੇ ਹੋ ਕਿ ਗਰਮੀ ਹੋਵੇਗੀ, ਉਹ ਹੁੰਦੀ ਹੈ। ਹੇ ਕਪਟਿਓ, ਧਰਤੀ ਅਤੇ ਆਕਾਸ਼ ਦੇ ਤੌਰ ਭੌਰ ਦੀ ਜਾਂਚ ਕਰਨੀ ਤੁਹਾਨੂੰ ਆਉਂਦੀ ਹੈ, ਪਰ ਇਸ ਸਮੇਂ ਲਈ ਸਮੇਂ ਦੀ ਜਾਂਚ ਕਰਨੀ ਤੁਹਾਨੂੰ ਕਿਉਂ ਨਹੀਂ ਆਉਂਦੀ? ਹਾਲੇਲੂਇਆ 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 ਹਾਲੇਲੂਇਆ। की कह रहे परमेश्वर सानू वचन कहते जद दखन बोलो बहुत वगदी है तद आखदे हो गर्मी अते वो हुंदी है, ठीक है। और लिखिया उसने भीड़ नूं कहा जद लैंदे पासे बदल उठदा ते वेखदे हो तुसी झट आखदे हो अज मींह आऊगा। लाई दे क्या फेक नहीं लाई दे इधरों बदलो है अज मींह इधरों होगा, इधरों अज मींह इधरों होगा। कहना अजे तक विश्वासी नूं ये नहीं पता कि केड़ी चीज मैनू अगे नहीं बदल रही, केड़ी चीज केड़ी कमी है समय दी मौसम दी। तुसीं जांच पड़ताल करदे जे पर अपने जीवन नूं अंदर झाक के नहीं वेख रहे कि तुसीं क्यों नहीं अगे बढ़ रहे। हालेलुया। की कारण है क्यों नहीं बढ़ रहे? बचन बिठाओ बचन बिठाओ, तुसी क्यों नहीं बढ़ रहे? की कारण है? क्योंकि तुसी हजे तक अपनी जांच नहीं की। हालेलुया। अपनी भी जांच की, गुआंढी की करी दी आ, बुरे इंसान की करी दी आ, हर विश्वास
ਵਿਸ਼ਵਾਸੀ ਪਰਮੇਸ਼ਰ ਦੀ ਬਾਣੀ ਸੁਣ ਰਿਹਾ ਪਰ ਅਮਲ ਨਹੀਂ ਕਰ ਰਿਹਾ। ਅੱਜ ਤੁਸੀਂ ਪਰਮੇਸ਼ਰ ਦੇ ਵੱਡੇ ਕੰਮ ਦੇਖੇ ਇੱਥੇ, ਔਰ ਜ਼ਾਹਿਰ ਹੋਇਆ ਕਿ ਦੁਸ਼ਟ ਆਤਮਾ ਤੋਂ ਬੜੇ ਸਮੇਂ ਤੋਂ ਇਹ ਪਰਿਵਾਰ ਕੀ ਸੀ, ਝਗੜਿਆ ਸੀ, ਜੋ ਅੱਜ ਫ੍ਰੀ ਹੋਇਆ ਪਰਮੇਸ਼ਰ ਦੇ ਕੋਲ। ਔਰ ਦੱਸਿਆ ਅੱਜ ਇਹਨਾਂ ਨੂੰ ਨਹੀਂ ਸੀ ਪਤਾ, ਇਹ ਐਸੇ ਈਗੋ 'ਚ ਫਿਰਦੇ ਸੀ ਕਿ ਨਹੀਂ ਅਸੀਂ ਬੜੇ ਅੱਛੇ ਤਰੀਕੇ ਨਾਲ ਚੱਲਣ ਰਹੇ ਹਾਂ, ਸਾਨੂੰ ਪਤਾ ਹੈ। ਪਰ ਨਹੀਂ ਭੈਣ ਭਾਈਓ, ਜਿੱਥੇ ਪਰਮੇਸ਼ਰ ਦਾ ਆਤਮਾ ਉੱਥੇ ਕੀ ਆ, ਆਜ਼ਾਦੀ। ਹਾਲੇਲੂਇਆ। ਪ੍ਰਭੂ ਦੀ ਬਾਣੀ 'ਚ ਲਿਖਿਆ ਜਿੱਥੇ ਪ੍ਰਭੂ ਦਾ ਆਤਮਾ ਦੀ ਆਜ਼ਾਦੀ ਹੈ। ਅੱਜ ਹੀ ਆਜ਼ਾਦ ਹੋਇਆ ਪਰਿਵਾਰ, ਕਿਉਂਕਿ ਆਪਣੀ ਮਰਜ਼ੀ ਨਾਲ ਚੱਲ ਰਹੇ ਸੀ ਪਰ ਜੀਵਨ ਵਿੱਚ ਕੋਈ ਵੀ ਫਾਈਟ ਨਹੀਂ ਸੀ। ਕਿਉਂ ਨਹੀਂ ਤਰੱਕੀ, ਕਿਉਂ ਨਹੀਂ ਅਮੀਰ ਹੋ ਰਹੇ, ਕੀ ਕਾਰਨ ਹੈ? ਕਿਉਂਕਿ ਅੱਜ ਵੀ ਅਸੀਂ ਸੋਚ ਰਹੇ ਹਾਂ ਉਹ ਸਮਾਂ ਆਏਗਾ, ਉਹ ਸਮਾਂ ਆਏਗਾ। ਅਰੇ ਉਹ ਸਮੇਂ ਨੂੰ ਕਿਹਨੂੰ ਉਡੀਕ ਰਹੇ ਜੀ? ਤੁਹਾਨੂੰ ਖੁਦ ਫਾਈਟ ਕਰਨੀ ਪਏਗੀ। ਹਾਲੇਲੂਇਆ। ਕਿਉਂਕਿ ਆਪਣੇ ਆਪ ਨੂੰ ਜਾਂਚੋ ਕਿ ਤੁਸੀਂ ਕਿੱਥੇ ਘੱਟ ਜੇ, ਕਿੱਥੇ ਕਮਜ਼ੋਰ ਜੇ। ਤੁਹਾਨੂੰ ਕਿਹੜੀ ਚੀਜ਼ ਪਰਮੇਸ਼ਰ ਨੂੰ ਦੂਰ ਕਰਦੀ ਹੈ? ਪ੍ਰਭੂ ਤੁਹਾਨੂੰ ਅੱਗੇ ਵਧਾਉਣਾ ਚਾਹੁੰਦੇ ਨੇ। ਤੁਸੀਂ ਸਮਿਆਂ ਦੀ ਜਾਂਚ ਕਰਦੇ ਜੇ, ਮਹੀਨਿਆਂ ਦਾ ਪਤਾ, ਦਿਨਾਂ ਦਾ ਪਤਾ, ਤਿਉਹਾਰਾਂ ਦਾ ਤੁਹਾਨੂੰ ਪਤਾ, ਤੇ ਤੁਹਾਨੂੰ ਆਪਣੇ ਆਪ ਦਾ ਨਹੀਂ ਪਤਾ ਕਿ ਕਿਹੜੀ ਚੀਜ਼ ਤੁਹਾਨੂੰ ਪਰਮੇਸ਼ਰ ਤੋਂ ਦੂਰ ਕਰਨ ਦੀ ਹੈ। ਤੇ ਕੀ ਕਹਿੰਦੇ ਜੀ ਅਗਲੀ ਚ ਲਿਖਿਆ, ਤੁਸੀਂ ਆਪੇ ਹੀ ਉਸ ਨੂੰ ਜੋ ਠੀਕ ਹੈ ਕਿਉਂ ਨਹੀਂ ਵਿਚਾਰ ਕਰਦੇ ਹੋ। ਹਾਲੇਲੂਇਆ। ਅੱਜ ਆਪਣੇ ਆਪ ਤੇ ਭੈਣ ਭਾਈਓ ਵਿਚਾਰ ਕਰੋ ਕਿ ਤੁਸੀਂ ਅੱਜ ਵੀ ਕੀ ਜੇ, ਗੁਲਾਮੀ ਵਿੱਚ ਜੇ। ਇਸੇ ਲਈ ਤੁਹਾਡੇ ਜੀਵਨ ਵਿੱਚ ਅੱਜ ਆਜ਼ਾਦੀ ਨਹੀਂ ਹੈ, ਨਹੀਂ ਆਜ਼ਾਦੀ, ਕਿਉਂਕਿ ਤੁਸੀਂ ਆਪਣੇ ਆਪ ਨੂੰ ਨਹੀਂ ਚਾਹ ਰਹੇ, ਆਪਣੇ ਜੀਵਨ ਵੱਲ ਧਿਆਨ ਨਹੀਂ ਦੇ ਰਹੇ, ਆਪਣੇ ਪਰਿਵਾਰ ਵੱਲ ਧਿਆਨ ਨਹੀਂ ਦੇ ਰਹੇ, ਆਪਣੇ ਆਗੂ ਵੱਲ ਧਿਆਨ ਨਹੀਂ ਦੇ ਰਹੇ ਕਿ ਰੋਜ਼ ਸਾਨੂੰ ਕੀ ਸਿਖਾ ਰਿਹਾ ਹੈ ਤੇ ਅਸੀਂ ਸਿੱਖਣ ਦੇ ਬਾਵਜੂਦ ਵੀ ਕੀ ਕਰ ਰਹੇ ਹਾਂ। ਤੁਸੀਂ ਇਹ ਸੋਚ ਰਹੇ ਜੇ ਕਿ ਸ਼ਾਇਦ ਜਿਹਨਾਂ ਦਾ ਕੰਮ ਆ ਇਹ ਕਰ ਰਹੇ ਨੇ, ਪਰ ਅਸੀਂ ਆਪਣੀ ਮਰਜ਼ੀ ਨਾਲ ਚੱਲਣਾ ਹੈ ਤੇ ਆਪਣੀ ਮਰਜ਼ੀ ਨਾਲ ਫਿਰ ਫ੍ਰੀ ਹੋਵੋਗੇ, ਪਹਿਲਾਂ ਨਹੀਂ ਹੋਣਾ। ਹਾਲੇਲੂਇਆ। ਸਮਝੋ ਕਿ ਰੱਬ ਦੇ ਦਾਸ ਠਹਿਰ ਆਏ ਨੇ ਤੁਹਾਨੂੰ ਸਿਖਾਉਣ ਲਈ। ਸਭ ਕੁਝ ਤੁਹਾਨੂੰ ਸਿੱਖਣ ਦੀ ਲੋੜ ਵਾ, ਆਪਣੇ ਜੀਵਨ ਨੂੰ ਬਦਲਣ ਦੀ ਲੋੜ ਵਾ। ਹਰ ਵਿਸ਼ਵਾਸੀ ਚਰਚ ਵਿੱਚ ਸੇਵਾ ਕਰ ਰਿਹਾ ਵਾ, ਪਰ ਉਹਦੇ ਵਿੱਚ ਅੱਜ ਵੀ ਦੁਸ਼ਟ ਆਤਮਾ ਚੁਗਲੀ ਦਾ ਕੀ ਕਰ ਰਿਹਾ ਹੋ? ਪ੍ਰਭੂ ਦੀ ਸੇਵਾ। ਕਿਉਂ ਨਹੀਂ ਆਜ਼ਾਦ ਹੋ ਰਿਹਾ? ਅੱਜ ਕਿਉਂ ਨਹੀਂ ਅਮੀਰ ਹੋ ਰਿਹਾ? ਉਹਦੇ ਜੀਵਨ 'ਚ ਕੀ ਆ? ਚੁਗਲੀ। ਉਹਨੂੰ ਪਤਾ ਨਹੀਂ ਦੇ ਰਹੇ ਤੇ ਕੀ ਕਰਦੇ ਨੇ? ਸੇਵਾ। ਪਰ ਪ੍ਰਭੂ ਨਹੀਂ ਪਸੰਦ ਕਰਦੇ, ਕਹਿੰਦੇ ਆਪਣੀ ਜਾਂਚ ਕਰੋ, ਕਿਸੇ ਦੀ ਜਾਂਚ ਨਾ ਕਰੋ, ਗੁਆਂਢੀ ਦੀ ਜਾਂਚ ਨਾ ਕਰੋ, ਆਪਣੀ ਜਾਂਚ ਕਰੋ। ਤੁਸੀਂ ਆਪ ਕੀ ਕਰ ਰਹੇ ਜੀ? ਆਪਣੀ ਜਾਂਚ ਕਰੋ। ਕਿਉਂਕਿ ਭੈਣ ਭਾਈਓ ਇਹ ਵਚਨ ਸਾਨੂੰ ਸਿੱਧ ਕਰਦਾ ਹੈ, ਸ਼ੈਤਾਨ ਸਾਨੂੰ ਗੁੰਮਰਾਹ ਕਰ ਰਿਹਾ ਹੈ। ਪ੍ਰਭੂ ਦੀ ਭਲਾਈ ਕਿ ਮੇਰਾ ਵਿਸ਼ਵਾਸੀ ਬੜੇ ਆਜ਼ਾਦ ਹੋਵੇ ਤੇ ਅੱਗੇ ਵਧੇ, ਪਰ ਅੱਜ ਜਿਹੜਾ ਇਨਸਾਨ ਆਪਣੇ ਆਪ ਨੂੰ ਸਮਝਦਾਰ ਔਰ ਚਲਾਕ ਸਮਝ ਰਿਹਾ ਨਾ, ਆਪਣੀ ਹੀ ਚਲਾਕੀ ਵਿੱਚ ਕੀ ਕਰ ਰਿਹਾ? ਉਹ ਫਸ ਰਿਹਾ। ਹਾਲੇਲੂਇਆ। ਸ਼ੈਤਾਨ ਨੂੰ ਨਿਕਲ ਨਹੀਂ ਦੇ ਰਿਹਾ ਕਿਉਂਕਿ ਉਹ ਆਪਣੀ ਜਾਂਚ ਨਹੀਂ ਕਰ ਰਿਹਾ। ਪੜਿਆ ਲਿਖਿਆ ਹੋ ਕੇ ਵੀ ਉਹਨੂੰ ਚੀਜ਼ਾਂ ਨਹੀਂ ਪਤਾ ਲੱਗ ਰਿਹਾ ਕਿ ਮੈਂ ਕੀ ਕਰ ਰਿਹਾ ਹਾਂ, ਇਹ ਸਭ ਕੁਝ ਮੇਰੇ ਨਾਲ ਹੀ ਕਿਉਂ ਹੋ ਰਿਹਾ। ਸਮਝੇਗਾ ਉਹੀ ਜਿਹੜੇ ਬੱਚੇ ਨੂੰ ਰੋਜ਼ ਪੜ੍ਹੇਗਾ, ਪ੍ਰਾਰਥਨਾ 'ਚ ਜਾਏਗਾ, ਰੋਜ਼ੇ ਰੱਖੇਗਾ, ਪਰਮੇਸ਼ਰ ਦਾ ਆਤਮਾ ਉਹਨੂੰ ਗਾਈਡ ਕਰੇਗਾ ਔਰ ਉਹਨੂੰ ਸਿਖਾਏਗਾ ਕਿ ਤੂੰ ਇਹ ਨਾ ਕਰ, ਤੂੰ ਇਸ ਤਰ੍ਹਾਂ ਕਰ, ਤੂੰ ਗਲਤ ਨਾ ਬੋਲ, ਤੂੰ ਗਾਲ ਨਾ ਕਰ, ਤੂੰ ਗਵਾਂਢੀ ਨੂੰ ਮਾਰਾ ਨਾ ਕਹਿ। ਪਹਿਲਾਂ ਆਪਣੀ ਜਾਂਚ ਕਰ। ਹਾਲੇਲੂਇਆ। ਆਪਣੀ ਜਾਂਚ ਕਰਨ ਦੀ ਲੋੜ ਹੈ। ਪਰ ਕਰੋਗੇ ਕਿੱਦਾਂ? ਜੇ ਤੁਹਾਡੇ ਕੋਲ ਹਥਿਆਰ ਹੋਣਗੇ ਤੇ। ਕਿਹੜੇ ਹਥਿਆਰ? ਪਰਮੇਸ਼ਵਰ ਦੇ। ਕਦੋਂ ਇਫਸੀਆਂ ਦੀ ਕਿਤਾਬ, ਇਫਸੀਆਂ ਦੀ ਕਿਤਾਬ 6 ਬਾਬ ਉਹਦੀ 11 ਐਤ ਪੜ੍ਹੋ।
ਪਰਮੇਸ਼ਵਰ ਦੇ ਸਾਰੇ ਸ਼ਸਤਰ ਬਸਤਰ ਧਾਰੋ ਤਾਂ ਜੋ ਤੁਸੀਂ ਸ਼ੈਤਾਨ ਦੇ ਛਲ ਛਿਦਰਾਂ ਦੇ ਸਾਹਮਣੇ ਖਲੋ ਸਕੋ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਕੀ ਧਾਰਨਾ ਪਏਗਾ? ਉੱਚੀ ਬੋਲ ਭੈਣ, ਕੀ ਧਾਰਨਾ ਪਏਗਾ? ਸ਼ਸਤਰ ਬਸਤਰ। ਸ਼ਸਤਰ ਬਸਤਰ ਉਹ ਨਹੀਂ ਕੋਈ ਧਾਰਨ ਰਿਹਾ। ਕਮੀਆਂ ਕੱਢ ਰਿਹਾ ਅੱਜ ਵੀ ਇੱਕ ਦੂਜੇ ਦੇ ਵਿੱਚ। ਕੀ ਕਰ ਰਹੇ ਜੀ ਤੁਸੀਂ? ਪ੍ਰਭੂ ਦੀ ਤੁਹਾਡੇ ਜੀਵਨ 'ਚ ਕੀ ਪਲਾਨਿੰਗ ਹੈ? ਮੇਰੇ ਬੱਚੇ ਮੇਰੇ ਨਾਮ ਨੂੰ ਉੱਚਾ ਕਰਨ, ਇਹਨਾਂ ਦੇ ਦੁਆਰਾ ਲੋਕ ਬਚਾਏ ਜਾਣ, ਤੇ ਅਸੀਂ ਕੀ ਕਰਦੇ ਆ? ਇਹ ਕੰਮ ਛੱਡ ਕੇ ਤੇ ਦੂਜਿਆਂ ਨੂੰ ਸਿੱਧ ਕਰ ਰਹੇ ਹਾਂ। ਅਸੀਂ ਗਲਤ ਕਰ ਰਹੇ ਹਾਂ। ਆਪਾਂ ਨੂੰ ਇਹ ਕਰਨਾ ਨਹੀਂ ਚਾਹੀਦਾ। ਪਰਮੇਸ਼ਰ ਨੂੰ ਸਮਾਂ ਦਿਓ ਭੈਣ ਭਾਈਓ। ਇਹਨਾਂ ਸ਼ਸਤਰਾਂ ਬਸਤਰਾਂ ਨੂੰ ਆਪਣੇ ਜੀਵਨ ਵਿੱਚ ਗ੍ਰਹਿਣ ਕਰੋ ਤੇ ਸਮਝੋ ਕਿ ਸ਼ੈਤਾਨ ਕਿੰਨੇ ਸਮੇਂ ਤੋਂ ਸਾਨੂੰ ਅੱਗੇ ਨਹੀਂ ਵਧਣ ਦੇ ਰਿਹਾ। ਕਿਹੜੀ ਚੀਜ਼ਾਂ ਨੂੰ ਆਜ਼ਾਦ ਨਹੀਂ ਹੋਣ ਦੇ ਰਹੀ। ਇਹਨਾਂ ਚੀਜ਼ਾਂ ਵੱਲ ਧਿਆਨ ਦਿਓ, ਆਪਣੀ ਜਾਂਚ ਕਰੋ, ਲੋਕਾਂ ਦੀ ਨਹੀਂ। ਲਿਖਿਆ ਪਰਮੇਸ਼ਵਰ ਦੇ ਸਾਰੇ ਸ਼ਸਤਰ ਬਸਤਰ ਧਾਰੋ ਤਾਂ ਜੋ ਤੁਸੀਂ ਸ਼ੈਤਾਨ ਦੇ ਛਲ ਛਿਦਰਾਂ ਦੇ ਸਾਹਮਣੇ ਖਲੋ ਸਕੋ। ਹਾਲੇਲੂਇਆ। ਫਿਰ ਵੀ ਖਲੋ ਸਕੋਗੇ ਜਦੋਂ ਪ੍ਰਭੂ ਦੀ ਬਾਣੀ ਨਿਤ ਪੜੋਗੇ, ਪ੍ਰਭੂ ਦਾ ਵਚਨ ਰੋਜ਼ ਪੜੋਗੇ, ਰੋਜ਼ ਇਸ ਵਚਨ ਨੂੰ ਪੜੋਗੇ। ਅੱਜ ਸ਼ੈਤਾਨ ਨੇ ਕੀ ਹਾਲ ਕੀਤਾ ਇਸ ਪਰਿਵਾਰ ਦਾ? ਪਰ ਕੀ ਲਿਖਿਆ ਪ੍ਰਭੂ ਦਾ ਵਚਨ 'ਚ? ਲਿਖਿਆ ਨਾ, ਗਿਆਨ ਨਾ ਹੋਣ ਕਰਕੇ ਮੇਰੀ ਪ੍ਰਜਾ ਦਾ ਕੀ ਹੋ ਰਿਹਾ? ਨਾਸ਼ ਹੋ ਰਿਹਾ। ਹਾਲੇਲੂਇਆ। ਤੇ ਜਿਹੜੇ ਕੀ ਕਰ ਰਹੇ ਨੇ? ਗਿਆਨ ਸੁਣ ਕੇ ਵੀ ਕੀ ਕਰ ਰਹੇ ਨੇ? ਆਪਣੀ ਜਾਂਚ ਨਹੀਂ ਕਰ ਰਹੇ। ਅੱਜ ਵੀ ਉਹ ਕੀ ਨੇ? ਉਹ ਸਮੇਂ ਦੀ ਉਡੀਕ ਕਰ ਰਹੇ ਨੇ। ਪਰ ਨਹੀਂ ਭੈਣ ਭਾਈਓ, ਸਮਾਂ ਤੁਹਾਨੂੰ ਆਪ ਲਿਆਉਣਾ ਪੈਣਾ ਹੈ, ਜਦੋਂ ਤੁਹਾਨੂੰ ਫਾਈਟ ਕਰਨੀ ਪਏਗੀ। ਕਿਉਂਕਿ ਅੱਜ ਤੁਹਾਨੂੰ ਆਪਣੇ ਆਪ ਨੂੰ ਜਾਂਚਣ ਦੀ ਲੋੜ ਹੈ। ਕਿਸੇ ਨੂੰ ਨਹੀਂ ਜਾਂਚਣਾ। ਸੀ ਆਪਣੇ ਆਪ ਨੂੰ ਜਾਂਚਣਾ ਹੈ ਔਰ ਸਿੱਧ ਕਰਨਾ ਹੈ। ਔਰ ਕਿੱਦਾਂ ਸਿੱਧ ਕਰਾਂਗੇ? ਜਦੋਂ ਪਰਮੇਸ਼ਵਰ ਦੇ ਸਾਰੇ ਸ਼ਸਤਰ ਬਸਤਰ ਕੀ ਕਰਾਂਗੇ? ਧਾਰਾਂਗੇ। ਤੇ परमेश्वर ने क्या? रोजे रखो, रोजे रखांगे। परमेश्वर ने क्या? प्रार्थना करो, प्रार्थना करांगे। प्रभु की बाणी ने क्या? 10वां हिस्सा रब के घर में बीजो, वो बीजना पड़ेगा। पर ये सब कुछ करना पड़ेगा। करोगे तो फिर ही तुसी हर शैतान की गुलामी तो की होगे? आजाद होगे। हालेलुया। किन्होंने वचन समझा रही कि नहीं आ रही? आज असीं की सीखने हैं कि समय की जांच नहीं करनी कि किधरों मीह आएगा किधरों नहीं। वो अपने समय में सारे काम परमेश्वर ने किया कर रहे हैं। इन्हां चीज़ों का तुसीं ध्यान रखदे जे, तुहानूं सब पता लगदा है। पर अज तुसीं इस चीज़ का ध्यान नहीं रख रहे कि अज भी तुसीं गरीब क्यों जे? क्यों नहीं अमीर हो रहे? क्योंकि अज तक तुसीं नहीं प्रभु के घर विच बीजिया। ना प्रार्थना, ना वचन, ना 10वां हिस्सा, ना रोजे। ये चीज़ां जब तक तुसीं नहीं करोगे, तुसीं शैतान का सामना नहीं कर सकते। हालेलुया। जे शैतान के सामने खड़े होना है तो इन्हां चीज़ों को अपने जीवन में की करो? ग्रहण करो, तां जो तुसीं शैतान का की करो? सामना करो। हालेलुया। हाँ जी, अगली आयत। क्यों जो साडी लड़ाई लहू अते मांस दी नहीं, सगों हुकूमतां, इख्तियारां अते इस अंधकोर दे महाराजियां ते दुष्ट आदमियां नाल हुंदी है। हालेलुया, हालेलुया, हालेलुया। लो जी, प्रभु दी बाणी की सिखा रही है कि साडी लड़ाई किसी गवांडी नाल नहीं है। जे किसी जांच करने आ, अज साडी लड़ाई किसी नाल भी नहीं है। अज साडी लड़ाई ਉਹਦੇ ਨਾਲ ਹੈ ਜੋ ਸਾਨੂੰ ਦੋਵਾਂ ਚ ਭੈਣ ਭਰਾਵਾਂ ਨੂੰ, ਆਪਣੇ ਮਿੱਤਰ ਸਹੇਲੀਆਂ ਨੂੰ ਕੀ ਕਰਨ ਰਿਹਾ ਹੈ? ਲੜਾ ਰਿਹਾ ਹੈ। ਉਹਦੇ ਨਾਲ ਲੜਾਈ। ਉਹ ਕੌਣ ਹੈ? ਦੁਸ਼ਟ ਆਤਮਾ। ਸਾਡੀ ਕਿਸੇ ਗੁਆਂਢੀ ਨਾਲ, ਕਿਸੇ ਭੈਣ ਭਰਾ ਨਾਲ, ਕਿਸੇ ਵਿਸ਼ਵਾਸੀ ਨਾਲ ਲੜਾਈ ਨਹੀਂ ਹੈ। ਸਾਡੀ ਲੜਾਈ ਕਿਹਦੇ ਨਾਲ ਹੈ? ਅੱਜ ਉਹਦੇ ਨਾਲ ਜੋ ਸਾਡੀ ਜ਼ਿੰਦਗੀਆਂ ਵਿੱਚ ਉਲਝਣ ਪੈਦਾ ਕਰ ਰਿਹਾ ਹੈ। ਹਾਲੇਲੂਇਆ। इस चीज की जांच करो कि सानू की करने की लोड़ है, सानू केड़े हथियार चाहिए ने परमेश्वर दे, ते असीं वरतांगे ते आजाद होवांगे।
किन्ना वचन समझा रही है? आ रही है ना? इस तरह ही करना भैन भाइयों, जिन्ना चक्कर तुसी फाइट नहीं करोगे तुसी आजाद नहीं होगे। ताडे विच शैतान ताडे सुभाव का फायदा लेगा। इन्नू बड़ी जल्दी की आंदा है गुस्सा। चलो जी अच्छी तरीके नाल बच्चों को मारना शुरू, आदमी के द्वारे घर दे विच लड़ाई, जो प्रार्थना का समय है बच्चों का रौला शुरू, आपस में लड़ाई शुरू। ये कौन करा रहा है? दुष्ट आत्मा। वो नहीं चाहता कि तुसी अगे बढ़ो, पर तुसी वचन जानते जी तुसी उन्हें कितना शिफ्ट ना करोगे जदों परमेश्वर के हथियार अपने जीवन लागू करने शुरू करोगे। हालेलुया। जो मर्जी होगा उन्हें बनोगे, मत्ती जाए जरा विच वो बचेगा, बच्चे शांत होंगे, परिवार च शांति आएगी। पर कदों जदों नियम के नाल प्रभु की हजूरी विच की करोगे? बैठोगे। हालेलुया। हाँ जी अगली बात। इस कारण ਤੁਸੀਂ ਪਰਮੇਸ਼ਵਰ ਦੇ ਸਾਰੇ ਸ਼ਸਤਰ ਬਸਤਰ ਲੈ ਲਵੋ ਕਿ ਤੁਸੀਂ ਬੁਰੇ ਦਿਨ ਵਿੱਚ ਸਾਹਮਣਾ ਕਰ ਸਕੋ ਅਤੇ ਸਭੋ ਕੁਝ ਮੁਕਾ ਕੇ ਖਲੋ ਸਕੋ। हालेलुया हालेलुया हालेलुया। की गल सुस्ती पै गई है? हालेलुया। मैं शायद इस गाल तुसी परमेश्वर के सारे शस्त्र बस्तर ले लवो कि तुसी बुरे दिनों विच की करो? सामना। बुरे दिन आ रहे कि नहीं? जो प्रभु की बाण च लिखिया बीमारियां काल महामारियां जो कुछ भी है वो सब कुछ की है होना है। पर किदा जे साडे जीवन च प्रभु का वचन होएगा असी इन्हां चीज़ां दा की करांगे? सामना करांगे ते साडा वाल भी विंगा नहीं होएगा। हालेलुया। आपां की करना है? असी वचन नूं समझना है कि केड़ी चीज सानूं परमेश्वर च अगे वधन नहीं दिंदी। क्यों घर च लड़ाइयां, क्यों घर च मुश्किलां, क्यों घर च गरीबी, थोड़े विच भी बरकत नहीं है, बहुते विच भी बरकत नहीं है। की कारण है? जिन्ना चक्कर तुसीं रब दे घर नहीं बीचोगे तुसीं अमीर नहीं कदी हो सकदे। ये गल मैं तुहानूं सच कह रही हूं क्योंकि प्रभु की बाणी च लिखिया कहता तू मेरे सारे के संबंध मेरे मोदी खान विच लै गया, फिर मैं आकाश तो खिड़कियां की करांगा, फिर खोलांगा, ओनू झिड़कांगा जो तेरे विच मेरे घर विच बरकत नहीं खलो देगा। कौन? विरोधी। बचना द्वारा क्या होगा? ओनू अग लगेगी। समय तो जेड़ी चीज साडे जीवन च घर करके बैठी है कितना छुटकारा होएगा जदों असी अपना हथियार लेके डांटना शुरू करांगे और हुक्म करांगे। फिर उसी टाइम साडी बॉडी नूं, साडे घर नूं, साडे परिवार नूं छड्ड के की आ जावेगी। हालेलुया। सो की करना? हाँ जी अगली एक पढ़ो। ਸੋ ਤੁਸੀਂ ਆਪਣੀ ਕਮਰ ਸਚਾਈ ਨਾਲ ਕੱਸ ਕੇ ਅਤੇ ਧਰਮ ਦੀ ਸੰਜੋ ਪਹਿਨ ਕੇ ਅਤੇ ਮਿਲਾਪ ਦੀ ਖੁਸ਼ਖਬਰੀ ਦੀ ਤਿਆਰੀ ਦੀ ਜੁੱਤੀ ਆਪਣੇ ਪੈਰੀ ਪਾ ਕੇ ਖਲੋ ਜਾਓ। हालेलुया हालेलुया हालेलुया। सो तुसी अपनी कमर केदे नाल कसनी आ? ਸਚਾਈ। पिछली बार वचन सुनिया सी ना, केदे नाल कमर कसनी आ? सच्चाई नाल, झूठ नहीं। जे झूठ दे पोचे पाओगे ते झूठ में जन्म लिया देगा। आपा की करना है? खत्म करना है सच बोल के। सच का सामना करोगे ते सच्चाई का आजाद किया करेगी। हालेलुया। लिखिए सो तुसी अपनी कमर सच्चाई नाल कस के अते धर्म दी संजो पहन के अते मिलाप दी खुशखबरी। भैन भाइयों केड़ी खुशखबरी? मिलाप दी। एक दूजे नूं खेरू करन दी नहीं, मिलाप दी। क्योंकि बाणी द्वारा असी अपने नूं की कर सकते हैं? अपने आप नूं सिद्ध कर सकते हैं, सही कर सकते हैं। क्योंकि ये सेवा साडे सारिਆਂ दी है, कले दासां दी नहीं है, साडे सारिਆਂ दी है। दसिया अते मिलाप दी खुशखबरी दी तैयारी दी जुत्ती अपने पैरी पा के की करो? खलो जाओ। हालेलुया। हाँ जी। ਉਹਨਾਂ ਸਭਨਾਂ ਸਣੇ ਨੇਚਾ ਦੀ ਢਾਲ ਲਓ ਜਿਹਦੇ ਨਾਲ ਤੁਸੀਂ ਉਸ ਦੁਸ਼ਟ ਦੇ ਸਾਰੇ ਅਗਨ ਬਾਣਾਂ ਨੂੰ ਬੁਝਾ ਸਕੋਗੇ। हालेलुया। कहते निश्चय नाल
ਉਸ ਦਾ ਸਾਹਮਣਾ ਕਰੋਗੇ ਉਹ ਹਾਰੇਗਾ। ਜੇ ਤੁਹਾਡੇ ਜੀਵਨ 'ਚ ਨਿਸ਼ਚਾ ਹੈ, ਪ੍ਰਤੀਤ ਹੈ ਕਿ ਪਰਮੇਸ਼ਰ ਦੇ ਨਾਲ ਮੈਂ ਸਭ ਕੁਝ ਕਰ ਸਕਦਾ ਹਾਂ, ਹਾਲੇਲੂਇਆ, ਇਸ ਚੀਜ਼ ਨੂੰ ਆਪਣੇ ਜੀਵਨ 'ਚ ਕੀ ਕਰੋ, ਵਿਸ਼ਵਾਸ ਨਾਲ ਮਜ਼ਬੂਤ ਕਰੋ, ਕਿਉਂਕਿ ਤੁਹਾਡਾ ਵਿਸ਼ਵਾਸ ਤੁਹਾਨੂੰ ਹਰ ਬੰਧਨਾਂ ਤੋਂ ਕੀ ਕਰੇਗਾ, ਆਜ਼ਾਦ ਕਰੇਗਾ, ਹਾਲੇਲੂਇਆ। ਹਾਂਜੀ ਅੱਗੇ। ਅਤੇ ਮੁਕਤੀ ਦਾ ਟੋਪ ਅਤੇ ਆਤਮਾ ਦੀ ਤਲਵਾਰ ਜੋ ਪਰਮੇਸ਼ਵਰ ਦੀ ਬਾਣੀ ਹੈ ਲੈ ਲਵੋ, ਅਤੇ ਸਾਰੀ ਪ੍ਰਾਰਥਨਾ ਅਤੇ ਬੇਨਤੀ ਨਾਲ ਹਰ ਸਮੇਂ ਆਤਮਾ ਵਿੱਚ ਪ੍ਰਾਰਥਨਾ ਕਰਦੇ ਰਹੋ, ਅਤੇ ਇਹ ਦਿਨ-ਨਿਤ ਸਾਰੇ ਸੰਤਾਂ ਲਈ ਬਹੁਤ ਤਕੜਾਈ ਅਤੇ ਬੇਨਤੀ ਨਾਲ ਜਾਗਦੇ ਰਹੋ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਲਓ ਜੀ, ਕੀ ਕਰਨਾ ਤੁਸੀਂ? ਮੁਕਤੀ ਦਾ ਟੋਪ ਤੇ ਆਤਮਾ ਦੀ ਤਲਵਾਰ। ਗੁੱਸੇ ਦੀ ਤਲਵਾਰ ਨਹੀਂ, ਗੁੱਸੇ ਦੀ ਤਲਵਾਰ ਨਹੀਂ, ਆਤਮਾ ਦੀ ਤਲਵਾਰ। ਜਿਹਦੇ ਵਿੱਚ ਪਰਮੇਸ਼ਰ ਦਾ ਆਤਮਾ ਹੋਏਗਾ ਨਾ, ਉਹ ਖਲੋਏਗਾ ਤੇ ਵਿਰੋਧੀ ਸ਼ਰਮਿੰਦਾ ਹੋਏਗਾ, ਕਿਉਂਕਿ ਸਾਡੇ ਪਰਮੇਸ਼ਰ ਦਾ ਕਿਹੜਾ ਆਤਮਾ ਹੈ? ਸ਼ਾਂਤੀ ਦਾ ਆਤਮਾ, ਧੀਰਜ ਦਾ ਆਤਮਾ। ਤੇ ਵਿਰੋਧੀ ਕਿੰਦਾ ਫਿਰ ਸ਼ਰਮਿੰਦਾ ਹੁੰਦਾ। ਲਿਖਿਆ ਅਤੇ ਮੁਕਤੀ ਦਾ ਟੋਪ ਅਤੇ ਆਤਮਾ ਦੀ ਤਲਵਾਰ ਜੋ ਪਰਮੇਸ਼ਰ ਦੀ ਬਾਣੀ ਹੈ, ਜੋ ਪ੍ਰਭੂ ਦੇ ਵਚਨਾਂ ਵਿੱਚੋਂ ਅਸੀਂ ਉਹਨੂੰ ਕੀ ਕਰਾਂਗੇ, ਉਹਨੂੰ ਡਾਂਟਾਂਗੇ, ਤੇ ਸਾਡੇ ਜੀਵਨ ਚੋਂ ਕੀ ਹੋਏਗਾ, ਦੂਰ ਹੋ ਜਾਏਗਾ, ਹਰ ਮੁਸ਼ਕਿਲ ਦੂਰ ਹੋਏਗੀ। ਔਰ ਦੱਸਿਆ ਸਾਰੀ ਪ੍ਰਾਰਥਨਾ ਤੇ ਬੇਨਤੀ ਨਾਲ ਹਰ ਸਮੇਂ ਆਤਮਾ ਵਿੱਚ ਪ੍ਰਾਰਥਨਾ ਕਰਦੇ ਰਹੋ। ਜਿਹੜਾ ਕੰਮ ਕਰਨ ਵਾਲਾ ਉਹ ਕਰਿਆ ਕਰੋ। ਹਰ ਵਕਤ ਆਪਣੇ ਮਨ 'ਚ ਇਧਰ ਉਧਰ ਦੀਆਂ ਗੱਲਾਂ ਸੋਚਦੇ ਨਾ ਰਿਹਾ ਕਰੋ, ਪ੍ਰਾਰਥਨਾ ਨੂੰ ਸਮਾਂ ਦਿਆ ਕਰੋ, ਤਾਂ ਜੋ ਕੀ ਹੈ, ਅਸੀਂ ਸਾਰੇ ਇੱਕ ਮਨ ਹੋ ਕੇ ਪ੍ਰਭੂ ਦੀ ਸੇਵਾ ਨੂੰ ਅੱਗੇ ਲੈ ਕੇ ਕੀ ਆ ਜਾਈਏ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਕਿਹਨਾਂ ਨੂੰ ਵਚਨ ਸਮਝਾਈਏ? ਖੁਦਾ ਦਾ ਧੰਨਵਾਦ। ਸਮਾਂ ਥੋੜਾ ਹੈ, ਅਸੀਂ ਅਗਲਾ ਸਮਾਂ ਰੱਬ ਦੇ ਦਸਮ ਦੇਵਾਂਗੇ। खुदा का निर्वचन जो आशीष और बरकत है। आमीन, आमीन, आमीन। हालेलुया, हालेलुया, हालेलुया। हाँ, परमेश्वर के जुड़ेदार हो जो आज का वचन बिल्कुल साढ़े वास्ते सबनों वास्ते है, छोटे बड़े वास्ते, बजुर्गों वास्ते, भैन भाइयों वास्ते की करने की जरूरत है। वचन सिक्ख्या तो सुनिया, पर इहदी की समझ लगी तुहानूं? हाथ खड़े तो करते आ, और एक जना भी उठ के दसे की समझ लगी तुहानूं? हाथ खड़े सिर्फ की खुवाते ने संतां नूं, परमेश्वर नूं नहीं। तुसीं संतां नूं खुश करते जे। जे परमेश्वर नूं खुश करना दिलों, संतां नूं हत्थ नाल खाया करो, उन्हां दा ध्यान रखण वास्ते भी करदे भी आवाज़ असीं बड़े ये गलत करते। संत तुहानूं सिखाउंदे आ तां कि तुसीं सिद्ध हो सको। संत क्यों तुहानूं बार-बार वचन दीयां गल्लां दिंदे ने? काहदे वास्ते दिंदे ने? प्रभु यसू मसीह चेलियां नाल की गल्लां स्टेज करदे सी उन्हां नूं। संत भी तुहानूं वचन दे के की करदे ने? हुशियार करते हैं, स्टेज करते हैं। आओ परमेश्वर वचन जो कह देखांगे। दूजा ग्रंथियां 8 बाब और 21 देखांगे। सारे बड़े ध्यान नाल सुनना, ध्यान नाल देखना है, क्योंकि साढ़े वास्ते सारे वास्ते बहुत ही वचन जरूरी है। क्योंकि ਜਿਹੜੀਆਂ ਗੱਲਾਂ ਨਿਰੇ ਪ੍ਰਭੂ ਦੇ ਸਨਮੁਖ ਹੀ ਨਹੀਂ ਸਗੋਂ ਮਨੁੱਖਾਂ ਦੇ ਸਨਮੁਖ ਵੀ ਚੰਗੀਆਂ ਹਨ, ਅਸੀਂ ਉਹਨਾਂ ਦਾ ਧਿਆਨ ਰੱਖਦੇ ਹਾਂ। ਲਓ ਜੀ, ਧਿਆਨ ਕਰੋ ਜੀ। ਕਿਹੜੀਆਂ ਗੱਲਾਂ ਸੰਤ ਤੁਹਾਨੂੰ ਸਿਖਾਉਂਦੇ ਆ, ਜਿਹੜੀਆਂ ਲੋਕਾਂ ਨੂੰ ਵੀ ਚੰਗੀਆਂ ਲੱਗਣ ਤੇ ਪਰਮੇਸ਼ਰ ਨੂੰ ਵੀ ਚੰਗੀਆਂ ਲੱਗਣ।
फर्ज करो तुसी वचन सुनिया, तुसी परमेश्वर ਨੂੰ ਖੁਸ਼ ਕੀਤਾ ਤੇ ਮਨੁੱਖਾਂ ਦੀ ਨਿਗਾਹ ਵਿੱਚ ਤੁਸੀਂ ਕੀ ਬਣੋਗੇ? ਬੁਰੇ। ਉਹ ਕੰਮ ਕਰੋ ਜਿਹੜੇ ਮਨੁੱਖਾਂ ਨੂੰ ਵੀ ਚੰਗੇ ਲੱਗਣ। ਪਲੂਸ ਕੀ ਕਰਦਾ ਸੀ? ਵਚਨ ਸੁਣਾਉਂਦਾ ਸੀ, ਖੁਸ਼ਖਬਰੀ ਸੁਣਾਉਂਦਾ ਸੀ, ਜਿੱਥੇ ਜਾਂਦਾ ਸੀ ਪਰਮੇਸ਼ਰ ਦਾ ਦਾਸ ਬਜ਼ੁਰਗ ਠਹਿਰਾਉਂਦਾ ਸੀ। ਉਹ ਕੀ ਕਰਦਾ? ਕਲੀਸਿਆ ਤਿਆਰ ਕਰਦਾ ਪ੍ਰਭੂ ਵਾਸਤੇ। ਜੇ ਅਸੀਂ ਜਿਹੜਾ ਮਨੁੱਖਾਂ ਨੂੰ ਖੁਸ਼ ਕਰਾਂਗੇ, ਪਲੂਸ ਕਹਿੰਦਾ ਮੈਂ ਮਨੁੱਖਾਂ ਨੂੰ ਖੁਸ਼ ਕਰਨ ਵਾਸਤੇ ਨਹੀਂ, ਮੈਂ ਚਾਹੁੰਦਾ ਕਿ ਮਨੁੱਖਾਂ ਦੇ ਨਾਲ ਨਾਲ ਪਰਮੇਸ਼ਰ ਵੀ ਕੀ ਹੋਵੇ? ਪ੍ਰਸੰਨ ਹੋਵੇ। ਆਂਦਾ ਮੇਰਾ ਇਹੋ ਜਿਹੀ ਕਿ ਪਰਮੇਸ਼ਰ ਨੂੰ ਬਲਕਿ ਮਨੁੱਖਾਂ ਨੂੰ ਵੀ ਉਹ ਗੱਲਾਂ ਚੰਗੀਆਂ ਲੱਗਣ ਜਿਹੜੀਆਂ ਅਸੀਂ ਕੀ ਕਰਦੇ ਤੁਹਾਨੂੰ ਸਿਖਾਉਂਦੇ ਹਾਂ। ਤਾਂ ਪਰਮੇਸ਼ਰ ਦਾ ਤੁਹਾਨੂੰ ਸਿਖਾਉਂਦੇ ਕਿ ਅਸੀਂ ਕਲੀਸਿਆ ਵਿੱਚ ਕਿੱਦਾਂ ਰਹਿਣਾ ਹੈ, ਇੱਕ ਦੂਜੇ ਨਾਲ ਮੇਲ ਮਿਲਾਪ ਕਿੱਦਾਂ ਰੱਖਣਾ ਹੈ, ਘਰ ਵਿੱਚ ਕਿੱਦਾਂ ਰਹਿਣਾ, ਸ਼ਰੀਕੇ ਵਿੱਚ ਕਿੱਦਾਂ ਰਹਿਣਾ ਹੈ, ਆਪਣੇ ਪਰਿਵਾਰ ਪਿੰਡ ਵਿੱਚ ਕਿੱਦਾਂ ਰਹਿਣਾ ਹੈ, ਇੱਥੋਂ ਤੱਕ ਆਪਣੇ ਦੇਸ਼ ਵਿੱਚ ਵੀ ਕਿੱਦਾਂ ਰਹਿਣਾ ਹੈ। ਜੇ ਤੁਸੀਂ ਪਰਮੇਸ਼ਰ ਦੀ ਭਗਤੀ ਕਰੋ, ਬਾਦਸ਼ਾਹ ਨੂੰ ਗਾਲਾਂ ਕੱਢੋਗੇ, ਪਰਮੇਸ਼ਰ ਨੂੰ ਪਸੰਦ ਨਹੀਂ ਆਏਗਾ। ਕਿਉਂਕਿ ਲਿਖਿਆ ਬਾਦਸ਼ਾਹ ਕੀ ਆ? ਤੁਹਾਡਾ ਮੌਜੂਦਾ ਰਾਜਾ ਹੈ। ਤੁਹਾਨੂੰ ਹਰ ਇੱਕ ਦੀ ਧਿਆਨ ਰੱਖਣ ਦੀ ਜ਼ਰੂਰਤ ਹੈ। ਜਿਹਦਾ ਆਦਰ ਕਰਨਾ ਉਹਦਾ ਆਦਰ ਕਰੋ, ਜਿਹਦੇ ਨਾਲ ਪਿਆਰ ਕਰਨਾ ਉਹਦੇ ਨਾਲ ਪਿਆਰ ਕਰੋ, ਜਿਹਨੂੰ ਇੱਜ਼ਤ ਦੇਣੀ ਹੈ ਉਹਨੂੰ ਕੀ ਦਿਓ? ਇੱਜ਼ਤ ਦਿਓ। ਬੜੇ ਧਿਆਨ ਨਾਲ ਚਲੋ। ਇਹ ਸੰਤ ਕਿਉਂ ਪਰਮੇਸ਼ਰ ਨੇ ਠਹਿਰਾਏ ਨੇ? ਸਾਨੂੰ ਸਿੱਧ ਕਰਨ ਵਾਸਤੇ, ਸਾਨੂੰ ਸਹੀ ਰਸਤੇ ਲਿਆਉਣ ਵਾਸਤੇ। ਅਗਰ ਸਾਡਾ ਜੀਵਨ ਟੇਢਾ ਹੈ ਜਾਂ ਵਿਗੜਦਾ ਹੈ, ਇਹ ਵਚਨਾਂ ਦੁਆਰਾ ਕੀ ਕਰਦੇ? ਸਾਨੂੰ ਸਿੱਧ ਕਰਦਾ ਹੈ। ਜੇ ਪਰਮੇਸ਼ਰ ਦੇ ਦਾਸ ਬੋਲਦੇ ਆ ਤਾਂ ਸਮਝੋ ਕੀ ਕਰਦਾ ਇਹਨਾਂ ਦੇ ਰਾਹੀਂ? ਪਰਮੇਸ਼ਰ ਬੋਲਦਾ ਹੈ। ਇਹਨਾਂ ਦੀ ਦਿੱਤੀ ਹੋਈ ਚੇਤਾਵਨੀ ਕਦੀ ਵਿਅਰਥ ਨਾ ਜਾਵੇ, ਕਿਉਂਕਿ ਇਹਨਾਂ ਕਿੱਥੋਂ ਚੇਤਾਵਨੀ ਦਿੱਤੀ ਆ? ਵਚਨ ਦੇ ਵਿੱਚੋਂ। ਵਚਨ ਜਿਹੜਾ ਹੈ ਸਦਾ ਤੱਕ ਕੀ ਆ ਵੀ ਉਹ ਟਲ ਹੈ। ਤਾਂ ਸਾਰੇ ਆਪਣੇ ਜੀਵਨ ਦਾ ਧਿਆਨ ਰੱਖਣਾ ਹੈ, ਕਿਸੇ ਵੱਲ ਨਹੀਂ ਵੇਖਣਾ। ਪਲੂਸ ਲਿਖਦਾ ਹੁੰਦਾ ਮੈਂ ਕਿਸੇ ਨੂੰ ਬਚਾਉਂਦਾ ਚਾਹੁੰਦਾ ਕਿਤੇ ਆਪ ਨਾ ਰਹਿ ਜਾ। ਖੁਦ ਆਪ ਬਚਣਾ ਹੈ। ਜੇ ਤੁਸੀਂ ਬਚੇ ਹੋਗੇ ਤੁਸੀਂ ਕਿਸੇ ਨੂੰ ਬਚਾ ਸਕੋ। ਜੇ ਤੁਸੀਂ ਕੱਚ ਵੜੇਤੇ ਦੇ ਕਦੀ ਤੁਸੀਂ ਕਿਸੇ ਨੂੰ ਬਚਾ ਨਹੀਂ ਸਕੋ। ਆਪਣੇ ਆਪ ਨੂੰ ਪਹਿਲਾਂ ਕੀ ਕਰੋ? ਮਜ਼ਬੂਤ ਕਰੋ। ਪ੍ਰਭੂ ਯਿਸੂ ਮਸੀਹ ਚੇਲਿਆਂ ਦੇ ਨਾਲ ਕਿੰਨਾ ਚਿਰ 3.5 ਸਾਲ ਤੱਕ ਰਹੇ, ਪਰ ਜਦੋਂ ਉਹਨਾਂ ਨੂੰ ਸਮਝ ਆਈ, ਜਦੋਂ ਪ੍ਰਭੂ ਯਿਸੂ ਮਸੀਹ ਮੁਰਦਿਆਂ ਦੇ ਜੀ ਉੱਠ ਕੇ ਫੇਰ ਦਰਸ਼ਨ ਦਿੱਤੇ, ਫੇਰ ਉਹਨਾਂ ਦੀ ਬੋਧ ਖੋਲੀ। ਅੱਜ ਕਲੀਸਿਆ ਵਿੱਚ ਤੁਹਾਡੀ ਹਰ ਹਫ਼ਤੇ ਉਹਦੇ ਤੁਹਾਡੇ ਰੋਜ਼ ਰਾਤ ਨੂੰ ਬਾਤਬੰਦੀ ਹੁੰਦੀ ਆ, ਰੋਜ਼ ਤੁਹਾਨੂੰ ਵਚਨ ਮਿਲਦਾ, ਤੁਸੀਂ ਰੋਜ਼ ਪ੍ਰਭੂ ਨਾਲ ਗੱਲ ਕਰਦੇ, ਪ੍ਰਭੂ ਤੁਹਾਡੇ ਨਾਲ ਗੱਲ ਕਰਦਾ ਹੈ। ਤੇ ਜੇ ਤੁਸੀਂ ਕਮਜ਼ੋਰ ਰਹਿ ਜਾਓ ਇਮਾਨ ਦੇ ਵਿੱਚ ਤੇ ਫਿਰ ਤੁਹਾਡੀ ਬਦਕਿਸਮਤੀ ਹੈ। ਉਹ ਕਹਿ ਰਹੇ ਸੀ ਕਿ ਤੁਸੀਂ ਕਿਉਂ ਗਰੀਬ ਜੀ? ਗਰੀਬੀ ਕਿਸ ਚੀਜ਼ ਦੀ ਤੁਹਾਡੇ ਅੰਦਰ? ਪੈਸੇ ਦੀ ਨਹੀਂ, ਮਾਇਆ ਦੀ ਗਰੀਬੀ ਨਹੀਂ। ਜਿਹੜਾ ਲਾਜੋ ਗਰੀਬ ਸੀ ਨਾ, ਉਹਨੂੰ ਕੁੱਤੇ ਆਟੇ ਕਰਦੇ ਸੀ, ਪਰ ਉਹ ਇਮਾਨਦਾਰ ਨਹੀਂ ਸੀ, ਸਹੀ ਸੀ। ਵਚਨ 'ਚ ਲਿਖਿਆ ਤੇਰੇ ਕਹਿੰਦੇ ਆ ਸਾਡੇ ਕੋਲ ਕੁਛ ਨਹੀਂ ਪਰ ਸਭੋ ਕੁਝ ਸਿੱਖੀਆਂ। ਤੁਹਾਡੇ ਕੋਲ ਨੇਚਾ ਦਾ ਧਨ ਹੋਣਾ ਚਾਹੀਦਾ, ਵਿਸ਼ਵਾਸ ਦਾ ਧਨ ਹੋਣਾ ਚਾਹੀਦਾ। ਤੁਸੀਂ ਦੁਨੀਆ ਨਾਲੋਂ ਕਿਤੇ ਸਭਨਾਂ ਨਾਲੋਂ ਅਮੀਰ ਜੀ, ਕਿਉਂਕਿ ਜਿਹੜਾ ਵਚਨ ਹੈ ਇਹ ਕਦੀ ਖਤਮ ਹੋਣ ਵਾਲਾ ਨਹੀਂ। ਦੁਨੀਆ ਦੀ ਹਰ ਵਸਤੂ ਨਾਸ ਹੋ ਜਾਏਗੀ। ਜਿਹੜੇ ਅੱਜ ਅਮੀਰ ਨੇ ਆਪਣੇ ਆਪ ਤੇ ਅਮੀਰ ਬਣ ਕੇ ਬੈਠੇ ਆ, ਇੱਕ ਦਿਨ ਕੰਗਾਲ ਹੋ ਜਾਣਗੇ। ਤੁਸੀਂ ਬੇਸ਼ੱਕ ਲੋਕਾਂ ਦੀ ਨਿਗਾਹ ਵਿੱਚ ਕੰਗਾਲ ਜੇ, ਪਰ ਪਰਮੇਸ਼ਰ ਦੀ ਨਿਗਾਹ ਵਿੱਚ ਤੁਸੀਂ ਕੀ ਜੇ? ਧਨੀ ਜੇ, ਕਿਉਂਕਿ ਤੁਹਾਡੇ ਕੋਲ ਪਰਮੇਸ਼ਰ ਦੇ ਵਚਨ ਦਾ ਕੀ ਹੈ? ਧਨ ਹੈ। ਤੁਹਾਡਾ ਧਨ ਸਦਾ ਤੱਕ ਬਣਿਆ ਰਹੇਗਾ ਜੋ ਤੁਹਾਨੂੰ ਵਚਨ ਦੇ ਵਿੱਚੋਂ ਪ੍ਰਭੂ ਦੇ ਦਾਸ ਸਿੱਖਿਆ ਦੇ ਨੇ। ਸਿੱਖਿਆ ਵੱਲ ਧਿਆਨ ਦਿਓ। ਆਪਣੇ ਆਪ ਨੂੰ ਸਟੇਟ ਕਰੋ, ਕਿੱਦਾਂ ਚੱਲਦੇ ਆ। ਅਗਰ ਟੇਢੇ ਆ ਤੇ ਆਪਣੇ ਆਪ ਨੂੰ ਕੀ ਕਰ ਲਈਏ? ਸਿੱਧੇ ਕਰ ਲਈਏ। ਅਗਰ ਸਾਡੇ ਵਿੱਚ ਕਮੀਆਂ ਨੇ, ਜ਼ਰੂਰ ਕਮੀਆਂ ਨੇ, ਇਹ ਵੀ ਨਹੀਂ, ਪਰ ਉਹਨਾਂ ਕਮੀਆਂ ਨੂੰ ਕੀ ਕਰੀਏ? ਕੱਢੀਏ। ਹਰ ਇਨਸਾਨ ਪਲੂਸ ਲਿਖਦਾ ਆਂਦਾ ਮੈਂ ਵਧਣਾ ਤੇ ਘਟਣਾ, ਭੁੱਖਾ ਰਹਿਣਾ ਤੇ ਰਚਣਾ ਜਾਣਨਾ। ਹੁਣ ਸੰਤੇ ਗੱਲ ਬੜੀ ਬੋਲਦੇ ਆ ਕਿ ਪਲੂਸ ਕਹਿੰਦਾ ਮੈਂ ਸਭ
खुद की कर सकता हाँ, पर पुतलियां लेना पड़िए उन्होंने वास्ते उन्हें कहा मैं भुखा भी रह सकता, मैं रज भी सकता, की करदा कि अपने आप को मारना कुटना कादे नाल दा जी मेरे परमेश्वर ने शक्ति दी है वो दे नाले सब कुछ की करदा कि परमेश्वर की ताकत ला के थले रखेगा वो सिर्फ अपने आप को बचाने की खातिर वो सब कुछ कर सकता है। तो आज वचन तुहाडे कोल भी होया, परमेश्वर का वचन सारे वास्ते आ। अगर वचन तुहाडे अंदर होएगा तुसीं कदी भी ठेडा नहीं खाओगे। ध्यान रखा करो जो बुआ जी ने दस्या भी होर गल्लां ध्यान नहीं, वचन वाल ध्यान रखो। वचन लैके घर में जाओ, जे वचन लैके घर में जाओगे तो तुहाडे जीवन च काम करेगा। जे इतने ढाल के चल जाओगे फिर कुछ जिंदगी नहीं, फिर खावे जिंदगी आ जी कोई अमल वाली, कोई असर वाली, कोई अर्थ वाली नहीं होएगी। सानू प्रभु ने चुनिया ताकि लोगों वास्ते कर्म ना ठहर सके। परमेश्वर के वचन द्वारा सानू सब नु आशीर्वाद मिले। आमीन आमीन आमीन।